बेटे हुण तक जो फार्मूले आपां पढ़े ਉਹ ਇੱਕ ਥਾਂ ਦੇ ਉੱਪਰ ਹੁਣ ਇਕੱਠੇ ਲਿਖਦੇ ਆ, ਉਹਨਾਂ ਦੀ ਸਮਰੀ ਬਣਾਉਂਦੇ ਆ। ਫਸਟ ਦਾ ਕੋਫੀਸ਼ੈਂਟਸ, ਕੋਫੀਸ਼ੈਂਟ ਕੀ ਹੁੰਦਾ? ਗੁਣਾਂਕ, ਜੋ ਇੰਗਲਿਸ਼ ਦੇ ਅੱਖਰਾਂ ਦੇ ਅੱਗੇ ਆਪਣੀ ਗਿਣਤੀ ਲਿਖੀ ਹੁੰਦੀ ਹੈ, ਦੈਟ ਇਜ਼ ਕੋਫੀਸ਼ੈਂਟ। ਇਨ ਦਾ ਐਕਸਪੈਂਸ਼ਨ of x plus y raised to power n are called the binomial coefficients and किवें फाइंड आउट कर सकते हैं? कैन बी obtained, दो मैथड किते असी, एक थ्योरम ते एक पास्कल ट्रायंगल, आइदर बाय पास्कल्स ट्रायंगल और by using combination symbol, using the combination symbol। ते combination symbol है की सी? NCR is equal to n factorial upon r factorial n minus r factorial। Second, the total number of terms in the expansion of x plus y raised to power n is equal to n plus 1। जे दो टर्म्स होण तां पावर नालों एक वधा के, पर जे अपने कोले ये दो दे विच बने ही ना, फिर द नंबर ऑफ टर्म्स इन द एक्सपेंशन ऑफ x plus y plus z raised to power n is n plus 1 into n plus 2 upon 2, provided x plus y plus z is not reducible to the form एक्स वाई असी यूज़ कर चुके, इस करके हुण मैं इत्थे की लिखण लगी हाँ, ए प्लस बी। जे आप इस फॉर्म च इनू रिड्यूस ना कर सकीए, दैन द जर्नल टर्म, ये बहुत ही इंपॉर्टेंट फार्मूला है। द जर्नल टर्म इन द एक्सपेंशन x plus y raised to power n is equal to NCR x raised to power n minus r y raised to power r, where r is equal to 0, 1, 2, 3 and so on n। जर्नल टर्म है, जो भी रकम तुसी लभनी है, मान लो तुसी 10th टर्म लभनी है तो इत्थे फिर असी r नूं 10 भर दांगे, तो उस तो बाद n जो पावर दिती हुई है वो पावर इत्थे लगावांगे, इत्थे आपां की भर देंगे 10, अपने कोले वो वाली टर्म अपने आप फाइंड आउट हो जाएगी। इस तो बाद असी नैक्सट फार्मूले की किते, x प्लस वाई तो x माइनस वाई दे किते फार्मूले। तो सब तो पहला असी एक्सपेंशन नूं खोलना सीखिया। x प्लस वाई रेज टू पावर n, बेटे इनू सम अप करके सब तो पहला इनू किवें लिखिया सी, NC0 x रेज टू पावर n y रेज टू पावर 0, NC1 x रेज टू पावर n माइनस 1 y रेज टू पावर 1, NC2 x रेज टू पावर n माइनस 2 y रेज टू पावर 2। इस तरह ही लिखते लिखते आपां लास्ट ते कित्थे पहुंचे सी, n माइनस n y रेज टू पावर n।
ਤਾਂ ਇਹਨੂੰ ਅਸੀਂ ਇੱਕ ਥਾਂ ਤੇ ਇਕੱਠਾ ਕਰਕੇ ਲਿਖ ਸਕਦੇ ਹਾਂ, ਸਮੇਸ਼ਨ ਯੂਜ਼ ਕਰ ਸਕਦੇ ਹਾਂ। r ਇਜ਼ ਇਕੁਅਲ ਟੂ 0 to n NCR x ਰੇਜ਼ ਟੂ ਪਾਵਰ n ਮਾਈਨਸ r y ਰੇਜ਼ ਟੂ ਪਾਵਰ r। ਸਮੇਸ਼ਨ ਦਾ ਮਤਲਬ ਪਲੱਸ ਹੁੰਦਾ, ਦੇਖੋ ਪਲੱਸ ਪੈ ਗਈ ਵਿੱਚ। r ਨੂੰ 0 ਭਰੋਗੇ ਪਹਿਲੀ ਰਕਮ ਬਣ ਜੂਗੀ, 1 ਫਿਲ ਕਰੋਗੇ ਸੈਕਿੰਡ ਬਣ ਜੂ, 2 ਫਿਲ ਕਰੋਗੇ ਥਰਡ ਬਣ ਜੂਗੀ। x ਮਾਈਨਸ ਵਾਈ ਰੇਜ਼ ਟੂ ਪਾਵਰ n, ਤਾਂ ਇਹ ਫਾਰਮੂਲਾ ਕੀ ਬਣਿਆ ਸੀ, ਉੱਪਰ ਵਾਲਾ ਫਾਰਮੂਲਾ ਹੀ ਸੀ, ਪਹਿਲਾਂ ਪਲੱਸ ਫਿਰ ਮਾਈਨਸ ਫਿਰ ਪਲੱਸ NC2 x ਰੇਜ਼ ਟੂ ਪਾਵਰ n ਮਾਈਨਸ 2 y, ਫਿਰ ਮਾਈਨਸ ਇੱਕ ਹੋਰ ਟਰਮ ਲਿਖ ਲੈਂਦੇ ਹਾਂ NC3 x ਰੇਜ਼ ਟੂ ਪਾਵਰ n ਮਾਈਨਸ 3 y ਰੇਜ਼ ਟੂ ਪਾਵਰ 3, ਦੈਨ ਪਲੱਸ। ਆਈ ਚਲਦੇ ਚਲਦੇ ਲਾਸਟ ਦੇ ਉੱਪਰ ਪਲੱਸ ਆਊਗਾ ਕਿ ਮਾਈਨਸ ਆਊਗਾ ਉਹ ਸਾਨੂੰ ਨਹੀਂ ਪਤਾ ਹੁੰਦਾ। -1 ਰੇਜ਼ ਟੂ ਪਾਵਰ n ਲਿਖ ਲੈਂਦੇ ਹਾਂ NCN x ਰੇਜ਼ ਟੂ ਪਾਵਰ 0 ਤੇ y ਰੇਜ਼ ਟੂ ਪਾਵਰ n। ਇਹਦੇ ਨਾਲ ਮਾਈਨਸ ਅਟੈਚ ਹੋਣਾ ਸੀ ਪਰ ਉਹ ਮਾਈਨਸ ਆਪਾਂ ਇੱਥੇ ਲਿਖ ਲਿਆ ਫਰੰਟ ਤੇ। ਤਾਂ ਇਹਨੂੰ ਹੁਣ ਜੇ ਅਸੀਂ ਕੰਬਾਈਨਡ ਕਰਕੇ ਲਿਖਣਾ, ਕਿਵੇਂ ਲਿਖਾਂਗੇ, -1 ਰੇਜ਼ ਟੂ ਪਾਵਰ r NCR x ਰੇਜ਼ ਟੂ ਪਾਵਰ n ਮਾਈਨਸ r y ਰੇਜ਼ ਟੂ ਪਾਵਰ r। ਅਗਰ ਆਪਾਂ ਇੱਥੇ x ਨੂੰ 1 ਭਰਿਆ ਤੇ y ਨੂੰ ਆਪਾਂ x ਭਰਿਆ ਜਾਂ y ਨੂੰ ਆਪਾਂ n ਭਰਿਆ, 1 + 1, ਚਲੋ 1 + 1 ਉਹੀ ਫਾਰਮੂਲਾ ਕਰਦੇ ਹਾਂ। ਤਾਂ 2 ਰੇਜ਼ ਟੂ ਪਾਵਰ n ਕਿਹਦੇ ਬਰਾਬਰ ਸੀ, NC0 NC1 NC2 ਐਂਡ ਸੋ ਔਨ NCN। ਇੰਟਰਸਟਿੰਗ ਜਿਹਾ ਫਾਰਮੂਲਾ ਕੀਤਾ, 0 ਨਾਲ ਰਿਲੇਟਡ। ਜੇ ਅਸੀਂ ਇੱਥੇ 1 ਤੇ ਇੱਥੇ ਵੀ 1 ਭਰ ਦਿੰਦੇ ਹਾਂ, ਮਤਲਬ -1 ਭਰ ਦਿੰਦੇ ਹਾਂ, ਤਾਂ ਫਿਰ ਫਾਰਮੂਲਾ ਕਿਵੇਂ ਕਨਵਰਟ ਹੋ ਗਿਆ, ਉਹੀ ਫਾਰਮੂਲਾ, ਬਸ ਇੱਥੇ ਕੀ ਆ ਗਿਆ, ਅਲਟਰਨੇਟ ਸਾਈਨ, -1 ਰੇਜ਼ ਟੂ ਪਾਵਰ n NCN। ਹੁਣ ਇਹਨਾਂ ਦੋ ਫਾਰਮੂਲਿਆਂ ਨੂੰ ਐਡ ਕਰਨਾ ਜਾਂ ਇਹਨਾਂ ਦੋ ਫਾਰਮੂਲਿਆਂ ਨੂੰ ਸਬਟਰੈਕਟ ਕਰਨਾ, ਉਹ ਦੇਖਦੇ ਹਾਂ ਕੀ ਬਣੂਗਾ। ਇਹ ਦੋ ਫਾਰਮੂਲੇ ਹੈ, ਸਮ ਆ ਜੇ ਤੁਹਾਨੂੰ, ਦੋ ਸਮ ਆ ਗਏ, ਇੱਕ ਪਲੱਸ ਵਿੱਚ ਇੱਕ ਮਾਈਨਸ ਵਿੱਚ, ਉਹਨਾਂ ਦੀ ਐਡ ਕਰਨਾ। ਤਾਂ ਦੇਖੋ ਇੱਥੇ ਜਦੋਂ ਐਡ ਕਰਾਂਗੇ ਤਾਂ ਫਸਟ ਟਰਮ ਸੇਮ ਹੈ, ਸੈਕਿੰਡ ਟਰਮ ਕੈਂਸਲ ਹੋ ਜੂਗੀ, ਥਰਡ ਟਰਮ ਐਡ ਹੋ ਜੂਗੀ, ਫੋਰਥ ਵਾਲੀ ਕੈਂਸਲ ਹੋ ਜੂਗੀ, ਮਤਲਬ ਇੱਕ ਰਕਮ ਦੁੱਗਣੀ ਹੋ ਜੂ ਤੇ ਇੱਕ ਰਕਮ ਕੈਂਸਲ ਹੋ ਜੂਗੀ। 1 ਤੇ 1 ਕਿੰਨਾ ਹੋ ਗਿਆ, 2। ਇਟ ਮੀਨਸ ਕਿਹੜੀਆਂ ਟਰਮਸ ਐਡ ਹੋਣਗੀਆਂ, NC0 x ਰੇਜ਼ ਟੂ ਪਾਵਰ n y ਰੇਜ਼ ਟੂ ਪਾਵਰ 0। ਫਿਰ ਆ ਜਿਹੜੀ 1 ਵਾਲੀ ਟਰਮ ਹੈ, 1 ਵਾਲੀ ਟਰਮ ਕੈਂਸਲ ਹੋ ਗਈ, ਕਿਹੜੀ ਆਈ, 2 ਵਾਲੀ, NC2 x ਰੇਜ਼ ਟੂ ਪਾਵਰ n ਮਾਈਨਸ 2 y ਸਕੁਅਰ। ਹੁਣ ਮੇਰਾ ਖਿਆਲ ਸਮਝ ਆ ਗਿਆ ਹੋਣਾ ਵੀ 0 ਹੈ, 2 ਹੈ, ਨੈਕਸਟ ਟਰਮ ਜੇ ਆਪਾਂ ਲਿਖਣੀ ਹੋਵੇ ਤਾਂ ਕਿਹੜੀ ਆਊਗੀ, NC4 x ਰੇਜ਼ ਟੂ ਪਾਵਰ n ਮਾਈਨਸ 4 y ਰੇਜ਼ ਟੂ ਪਾਵਰ 4। ਇਸ ਤਰ੍ਹਾਂ ਕਰਕੇ ਈਵਨ ਟਰਮਸ ਐਡ ਹੋਣਗੀਆਂ ਤੇ ਔਡ ਟਰਮਸ ਕੈਂਸਲ ਹੋ ਜਾਣਗੀਆਂ। ਇਹਨੂੰ ਅੱਗੇ ਜੇ ਆਪਾਂ ਐਕਸਪੈਂਡ ਕਰੀਏ, ਮਾਈਨਸ ਕਰ ਲਈਏ, x + y ਰੇਜ਼ ਟੂ ਪਾਵਰ n ਮਾਈਨਸ x ਮਾਈਨਸ y ਰੇਜ਼ ਟੂ ਪਾਵਰ n। ਤਾਂ ਹੁਣ ਅਗਰ ਅਸੀਂ ਮਾਈਨਸ ਕਰਾਂਗੇ, ਇਹਨਾਂ ਦੋਨਾਂ ਨੂੰ ਅਸੀਂ ਮਾਈਨਸ ਕਰ ਰਹੇ ਹਾਂ, ਜਦੋਂ ਮਾਈਨਸ ਕਰਦੇ ਹਾਂ ਤਾਂ ਇਹਦਾ ਸਾਈਨ ਚੇਂਜ ਹੋਊਗਾ, ਇੱਥੇ ਆ ਜਾਊਗਾ ਮਾਈਨਸ, ਫਸਟ ਟਰਮ ਕੈਂਸਲ ਹੋ ਜੂ, ਇਹਦਾ ਸਾਈਨ ਚੇਂਜ ਹੋ ਜਾਊਗਾ, ਇੱਥੇ ਆ ਜਾਊਗਾ ਪਲੱਸ, ਇਹ ਰਕਮ ਐਡ ਹੋ ਜੂ, ਥਰਡ ਵਾਲੀ ਕੈਂਸਲ ਹੋ ਜੂ, ਫੋਰਥ ਵਾਲੀ ਐਡ ਹੋ ਜੂਗੀ। ਤਾਂ ਕਿਵੇਂ ਲਿਖਾਂਗੇ, 2 ਟਾਈਮਸ, ਇਹਦੇ ਵਿੱਚ ਈਵਨ ਟਰਮਸ ਆਈਆਂ ਸੀ, ਇਹਦੇ ਵਿੱਚ ਕਿਹੜੀਆਂ ਆ ਜਾਣਗੀਆਂ, ਔਡ ਟਰਮਸ। 2 NC1 x ਰੇਜ਼ ਟੂ ਪਾਵਰ n ਮਾਈਨਸ 1 y ਰੇਜ਼ ਟੂ ਪਾਵਰ 1, NC3 x ਰੇਜ਼ ਟੂ ਪਾਵਰ n ਮਾਈਨਸ 3 y ਰੇਜ਼ ਟੂ ਪਾਵਰ 3। ਐਂਡ ਨੰਬਰ ਆਫ ਟਰਮਸ ਜੇ ਪੁੱਛਿਆ ਹੋਵੇ, number of terms in the expansion of, बहुत ही इंपॉर्टेंट फार्मूले है बेटा। एक बारी अगर थोड़े ही दिमाग च बैठ गए तो ये एक्सरसाइज बहुत छोटी जी एक्सरसाइज है, पर इनू समझना बहुत ज़रूरी है।
ਹੁਣ ਇਹ ਦੋਨੋਂ ਟਰਮਸ ਨੂੰ ਅਸੀਂ ਐਡ ਕੀਤਾ, ਐਡ ਕਰਕੇ ਟਰਮਸ ਪਤਾ ਲੱਗ ਗਈਆਂ, ਪਰ ਕਿੰਨੀਆਂ ਰਕਮਾਂ ਆਉਣਗੀਆਂ, ਟੋਟਲ ਨੰਬਰ ਆਫ ਟਰਮਸ ਦੱਸਣਾ ਹੋਵੇ ਤਾਂ ਉਹਦਾ ਫਾਰਮੂਲਾ ਕੀ ਹੈ, n/2 + 1 + 1 मैं अलग लिखे है, इफ n इज ईवन, जे पावर ईवन है, 2 है, 4 है, 10 है, 100 है, इस तरह करके तो n/2 + 1। अगर अपने कोले ऑड पावर है, इफ n इज ऑड, जे पावर ऑड है तो की आ गया n + 1/2। देखो जो आप मीडियन विच करते सी ना, बिल्कुल उही वाला मैथड आ गया इत्थे भी, तो ये एक दूजे नाल रिलेटेड ही है। जे अपने कोले आ गया x + y⁻n माइनस x माइनस y⁻n, ਇਹਦੇ ਵਿੱਚ ਅਸੀਂ ਨੰਬਰ ਆਫ ਟਰਮਸ ਦੱਸਣੀਆਂ ਹੋਣ ਤਾਂ n/2 if n is even ਤੇ n + 1/2 if n is odd। बहुत सिंपल जी गल है। n + 1/2 दोनों विच ही देखो सेम है, n is odd, जे n odd है, जे अपने कोले पावर odd है तो दोनों वारी कोई फार्मूला है n + 1/2, चाहे ये दोनों ऐड हो रहे हैं चाहे ये सबट्रैक्ट हो रहे हैं। पर जे अपने कोले n ईवन है और असी ऐड कर रहे हैं तो टोटल नंबर ऑफ टर्म्स किवें आउणगीਆਂ, n/2 मान लो 100 है इत्थे तो 100/2 50 + 1 51 टर्म्स। तो जे अपने कोले 49 होवे, जे सॉरी जे अपने कोले ईवन ही है पर असी माइनस कर रहे हैं तो फिर अपने कोले कितनी टर्म्स आउणगीਆਂ, 100/2 मतलब 50 टर्म्स आउणगीਆਂ। ये अपने फार्मूले सी जो तुसी याद करने है, तो इन्हां नूं समझना है, एक बारी अपने आप अपने हत्थां नाल लिख के भी देखने हैं।